हाय एवरीवन, मेरा नाम है रिचा ਤੇ ਮੈਂ ਇੱਕ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ। ਸਾਡਾ ਆਫਿਸ ਮਿਸਿਸਾਗਾ ਕੈਨੇਡਾ ਦੇ ਵਿੱਚ ਹੈ। ਇਸ ਤੋਂ ਪਹਿਲਾਂ ਕਿ ਅੱਜ ਦੀ ਟੌਪਿਕ ਦੀ ਆਪਾਂ ਜ਼ਿਆਦਾ ਡਿਸਕਸ਼ਨ ਕਰੀਏ, ਮੈਂ ਤੁਹਾਨੂੰ ਸਭ ਨੂੰ ਇੱਕ ਰਿਕੁਐਸਟ ਕਰਨਾ ਚਾਹੂੰਗੀ ਕਿ ਇਫ ਯੂ ਆਰ ਸਮਵਨ ਹੂ ਇਜ਼ ਲੁਕਿੰਗ ਫਾਰਵਰਡ ਟੂ ਕਮ ਟੂ ਕੈਨੇਡਾ ਜਾਂ ਤੁਸੀਂ ਆਲਰੇਡੀ ਕੈਨੇਡਾ ਦੇ ਵਿੱਚ ਹੋ ਐਂਡ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਨਿਊਜ਼ ਅਪਡੇਟ ਜਾਂ ਫਿਰ ਐਜ਼ ਸੱਚ ਫੋਲੋ ਅਪ ਰੱਖਣਾ ਬਹੁਤ ਜ਼ਰੂਰੀ ਹੈ। ਮੇਕ ਸ਼ੋਰ ਤੁਸੀਂ ਸਾਡਾ ਚੈਨਲ ਜਿਹੜਾ ਹੈ ਉਹ ਸਬਸਕ੍ਰਾਈਬ ਕਰ ਦਿਓ ਐਂਡ ਹਿੱਟ ਦ ਲਾਈਕ ਬਟਨ ਟੁਵਰਡਸ the end of the video if you like the content of the video. Now moving on to the content of today's video, ਅੱਜ ਦੀ ਵੀਡੀਓ ਅਸੀਂ ਬਹੁਤ ਇੱਕ ਜਨਰਲ ਵੀਡੀਓ ਬਣਾ ਰਹੇ ਹਾਂ which is regarding some important things that you need to do when you land in Canada. So as a student, as an immigrant, ਇਹ ਕੁਝ common ਜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਜ਼ਰੂਰ ਕਰਨੀਆਂ ਚਾਹੀਦੀਆਂ ਨੇ the moment you land here. ਸਭ ਤੋਂ ਪਹਿਲੀ ਚੀਜ਼ ਹੈ SIN. Those of you who don't know about it, it's social insurance number. ਜਿਵੇਂ ਇੰਡੀਆ ਦੇ ਵਿੱਚ ਪੈਨ ਕਾਰਡ ਜਾਂ ਆਧਾਰ ਕਾਰਡ ਹੁੰਦਾ ਜਿਹੜਾ ਆਪਣੇ ਨਾਲ ਲਿੰਕਡ ਹੁੰਦਾ ਹੈ, social insurance number is used to pay you on a permanent basis. ਅਗਰ ਤੁਸੀਂ ਕਿਸੇ employer ਦੇ ਕੋਲ ਜਾਣਾ ਹੈ ਤਾਂ SIN ਹੀ ਹੈ ਜਿਹੜਾ ਤੁਹਾਡਾ ਇੱਕ ਤਰ੍ਹਾਂ ਦਾ ਪੈਨ ਕਾਰਡ ਦੇ ਤੌਰ ਤੇ ਯੂਜ਼ ਕੀਤਾ ਜਾ ਸਕਦਾ ਹੈ ਟੂ ਗਿਵ ਯੂ ਪੇਮੈਂਟਸ ਔਨ ਡੇਲੀ ਬੇਸਿਸ ਤੇ CRA ਦੇ ਨਾਲ ਲਿੰਕਡ ਹੁੰਦਾ ਹੈ। ਕੋਈ ਵੀ ਤੁਹਾਡੀ ਇਨਕਮ ਨਾਲ ਰਿਲੇਟਡ ਜੋ ਵੀ ਜਾਣਕਾਰੀ ਹੁੰਦੀ ਹੈ ਉਹ SIN ਦੇ ਨਾਲ ਡਾਇਰੈਕਟਲੀ ਰਿਲੇਟਡ ਹੁੰਦੀ ਹੈ। ਐਂਡ ਮੋਸਟ EMPLOYERS ਜਾਂ ਆਲ EMPLOYERS ਡੂ ਨਾਟ ਹਾਇਰ ਯੂ ਵਿਦਾਊਟ SIN। ਤਾਂ SIN ਹੋਣਾ ਤੁਹਾਡੇ ਕੋਲ ਬਹੁਤ ਜ਼ਰੂਰੀ ਹੈ। ਸੋ ਮੇਕ ਸ਼ੋਰ ਦ ਮੂਮੈਂਟ ਯੂ ਲੈਂਡ ਹੀਅਰ ਯੂ ਅਪਲਾਈ ਫॉर ਵਨ। ਨਾਓ ਇੱਕ ਬਹੁਤ ਹੀ ਚੰਗੀ ਸੁਵਿਧਾ ਜਿਹੜੀ ਹੈ ਉਹ 에ਅਰਪੋਰਟ ਦੇ ਉੱਤੇ ਵੀ ਹੁੰਦੀ ਹੈ ਦੈਟ ਜੇ ਤੁਸੀਂ ਟਾਈਮਲੀ ਆ ਜਾਂਦੇ ਹੋ, ਮੋਸਟ ਪ੍ਰੋਬੇਬਲੀ ਸਾਰੇ 에ਅਰਪੋਰਟਸ ਦੇ ਉੱਤੇ ਰਾਤ ਦੇ 9 ਵਜੇ ਤੱਕ ਹੁੰਦਾ ਹੈ ਕਿ ਜੇ ਤੁਸੀਂ ਉਸ ਤੋਂ ਪਹਿਲਾਂ ਆ ਜਾਂਦੇ ਹੋ ਤਾਂ ਤੁਸੀਂ 에ਅਰਪੋਰਟ ਤੇ ਹੀ ਉਤਰਨ ਸਾਰ ਅਵੇਲ ਕਰ ਸਕਦੇ ਹੋ ਜਿਹੜੀਆਂ ਨਿਊ ਕਮਰ ਸਰਵਿਸਿਜ਼ ਹੁੰਦੀਆਂ ਨੇ, ਤੇ ਉਹ SIN ਜਿਹੜਾ ਹੈ ਤੁਹਾਨੂੰ ਨਾਲ ਦੀ ਨਾਲ ਉੱਥੇ ਹੀ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ। ਇਟਸ ਔਨ ਅ ਪੀਸ ਆਫ ਪੇਪਰ ਬਟ ਇਹ ਯੂਨੀਕ ਹੁੰਦਾ ਸਭ ਦਾ ਸੋਸ਼ਲ ਇੰਸ਼ੋਰੈਂਸ ਨੰਬਰ। ਅਗਰ ਇਸ ਤੋਂ ਇਲਾਵਾ ਲੈਟ ਸਪੋਜ਼ ਤੁਹਾਡੀ ਫਲਾਈਟ ਜਿਹੜੀ ਹੈ ਉਹ 에ਅਰਪੋਰਟ ਤੇ ਲੇਟ ਲੈਂਡ ਕੀਤੀ ਐਂਡ ਯੂ ਵਰ ਨਾਟ ਏਬਲ ਟੂ ਅਪਲਾਈ ਫॉर SIN, ਤੁਸੀਂ ਸਰਵਿਸ ਕੈਨੇਡਾ ਵੀ ਜਾ ਸਕਦੇ ਹੋ ਅਪਲਾਈ ਕਰਨ ਦੇ ਲਈ। ਔਰ what you can do is ਲੋਕਲ ਗੁਰੂ ਘਰ ਦੇ ਵਿੱਚ ਵੀ ਆਪਸ਼ਨਸ ਹੁੰਦੀਆਂ ਨੇ। ਯੂ ਨੀਡ ਟੂ ਚੈੱਕ ਵਿਦ ਯਰ ਫਰੈਂਡਸ ਐਂਡ ਫੈਮਿਲੀ ਮੈਂਬਰਸ ਜਾਂ ਗੁਰਦੁਆਰਾ ਸਾਹਿਬ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਕਿ ਕਿਹੜੇ ਟਾਈਮ ਤੇ ਤੁਸੀਂ SIN ਲੈ ਸਕਦੇ ਹੋ। ਬਟ ਮੇਕ ਸ਼ੋਰ ਯੂ ਅਪਲਾਈ within 1 to 2 days of landing if not on the airport, ਕਿਉਂਕਿ SIN ਤੋਂ ਬਿਨਾ ਤੁਹਾਡਾ ਬੈਂਕ ਅਕਾਊਂਟ ਨੰਬਰ ਵੀ ਨਹੀਂ ਖੁੱਲੇਗਾ। which brings me to the second point of this video ਕਿ ਜਿੱਦਾਂ ਹੀ ਤੁਸੀਂ ਆਉਂਦੇ ਹੋ ਮੇਕ ਸ਼ੋਰ ਕਰੋ ਕਿ ਤੁਸੀਂ ਜਿਹੜਾ ਬੈਂਕ ਅਕਾਊਂਟ ਹੈ ਉਹ ਵੀ ਜਲਦੀ ਤੋਂ ਜਲਦੀ ਮੁਹੱਈਆ ਕਰਵਾਓ ਆਪਣੇ ਆਪ ਨੂੰ, ਕਿਉਂਕਿ ਫੋਰ ਐਗਜ਼ਾਮਪਲ ਅਗਰ ਸਟੂਡੈਂਟਸ ਆ ਰਹੇ ਨੇ ਤਾਂ ਉਹਨਾਂ ਦੀ GIC ਜਿਹੜੀ ਹੈ ਉਹ ਇੱਕ ਬੈਂਕ ਦੇ ਵਿੱਚ ਡਿਪੋਜ਼ਿਟਡ ਹੁੰਦੀ ਹੈ। ਜਦੋਂ ਤੱਕ ਉਹ ਅਕਾਊਂਟ ਆਪਣਾ ਐਕਟੀਵੇਟ ਨਹੀਂ ਕਰਵਾਉਂਦੇ ਉਦੋਂ ਤੱਕ GIC ਉਹਨਾਂ ਦੇ ਅਕਾਊਂਟ ਦੇ ਵਿੱਚ ਨਹੀਂ ਆਏਗੀ ਤੇ ਅਕਾਊਂਟ ਜਿਹੜਾ ਹੈ ਉਹ SIN ਨੰਬਰ ਤੋਂ ਬਿਨਾ ਨਹੀਂ ਓਪਨ ਕੀਤਾ ਜਾਏਗਾ, ਰਾਈਟ। ਸੋ ਮੇਕ ਸ਼ੋਰ ਕਿ ਤੁਸੀਂ ਅਕਾਊਂਟ ਜਿਹੜਾ ਹੈ ਆਪਣਾ ਬੈਂਕ ਦਾ ਉਹ ਵੀ ਜਲਦੀ ਤੋਂ ਜਲਦੀ ਖੁਲਵਾ ਸਕੋ। ਥਰਡ ਪੁਆਇੰਟ ਜਿਹੜਾ ਹੈ ਉਹ ਮੇ ਬੀ ਆਪਣੀ ਕਮਿਊਨਿਟੀ ਦੇ ਵਿੱਚ ਸਭ ਨੂੰ ਜ਼ਿਆਦਾ ਇੰਪੋਰਟੈਂਟ ਨਹੀਂ ਲੱਗਦਾ ਬਟ ਇਟ ਹੋਲਡਸ ਅ ਗ੍ਰੇਟ ਇੰਪੋਰਟੈਂਸ ਵਿਚ ਇਜ਼ ਇੰਸ਼ੋਰੈਂਸ। ਮੇਕ ਸ਼ੋਰ ਤੁਸੀਂ ਕਿਸੇ ਵੀ ਸਟੇਟਸ ਤੇ ਕੈਨੇਡਾ ਆ ਰਹੇ ਹੋ ਦੈਟ ਯੂ ਆਰ ਇੰਸ਼ੋਰਡ, ਕਿਉਂਕਿ ਹੈਲਥ ਕੇਅਰ ਸੈਕਟਰ ਇੱਥੇ ਬਹੁਤ ਜ਼ਿਆਦਾ ਮੈਸਡ ਅਪ ਹੈ। ਪਹਿਲੀ ਗੱਲ ਤਾਂ ਤੁਹਾਨੂੰ ਡਾਕਟਰ ਹੀ ਨਹੀਂ ਮਿਲਦਾ ਤੇ ਜੇ ਮਿਲ ਵੀ ਜਾਂਦਾ ਹੈ ਦੈਨ ਇਟ ਇਜ਼ ਗੋਇੰਗ ਟੂ ਬੀ ਅ ਲੋਟ ਆਫ ਐਕਸਪੈਂਸਿਵ ਫॉर ਯੂ ਗਾਈਜ਼। ਸਪੈਸੀਫਿਕਲੀ ਜਿਹੜੇ ਸਟੂਡੈਂਟਸ ਇੱਥੇ ਆ ਰਹੇ ਨੇ ਮੇਕ ਸ਼ੋਰ ਤੁਸੀਂ ਆਪਣੀ ਜਿਹੜੀ ਇੰਸ਼ੋਰੈਂਸ ਕਾਲਜ ਵੱਲੋਂ ਤੁਸੀਂ ਪੇ ਕੀਤੀ ਹੋਈ ਹੈ ਉਹ ਤੁਸੀਂ ਐਕਟੀਵੇਟ ਕਰਵਾਓ। ਇੱਥੇ ਆ ਕੇ ਕਾਲਜ ਐਡਵਾਈਜ਼ਰੀਜ਼ ਦੀ ਹੈਲਪ ਲਓ, ਜਿਹੜੇ ਸਟੂਡੈਂਟ ਐਡਵਾਈਜ਼ਰਸ ਹੁੰਦੇ ਨੇ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਕਿਵੇਂ ਐਕਟੀਵੇਟ ਕਰਨੀ ਹੈ, ਜਾਂ ਜੇ ਤੁਹਾਡੇ ਕਲਾਸਮੇਟਸ ਨੇ ਜਾਂ ਸੀਨੀਅਰਸ ਨੇ ਜੋ ਸੇਮ ਕਾਲਜ ਦੇ ਵਿੱਚ ਪੜ੍ਹ ਰਹੇ ਨੇ ਉਹਨਾਂ ਦੀ ਜ਼ਰੂਰ ਹੈਲਪ ਲਓ ਤਾਂ ਜੋ ਤੁਹਾਨੂੰ ਦੱਸ ਸਕਣ ਕਿ ਇੰਸ਼ੋਰੈਂਸ ਕਿਵੇਂ ਐਕਟੀਵੇਟ ਹੁੰਦੀ ਹੈ। ਕੁਝ ਸਟੂਡੈਂਟਸ ਪ੍ਰਾਈਵੇਟ ਕਾਲਜਸ ਦੇ ਵਿੱਚ ਵੀ ਆਉਂਦੇ ਨੇ ਕੈਨੇਡਾ ਜੋ ਆਟੋਮੈਟਿਕਲੀ ਮੈਡੀਕਲੀ ਇੰਸ਼ੋਰਡ ਨਹੀਂ ਹੁੰਦੇ, ਤਾਂ ਉਹ ਇਹ ਮੇਕ ਸ਼ੋਰ ਜ਼ਰੂਰ ਕਰਨ ਕਿ ਉਹ ਆਪਣੀ ਜਿਹੜੀ ਇੰਸ਼ੋਰੈਂਸ ਹੈ ਕਿਤੋਂ ਨਾ ਕਿਤੋਂ ਬਾਏ ਜ਼ਰੂਰ ਕਰ ਲੈਣ। ਇਟ ਸਟਾਰਟਸ ਫਰੋਮ ਐਜ਼ ਲੈਸ ਐਜ਼ $15 ਪਰ ਮੰਥ। although students ਨੂੰ maybe $15 per month ਵੀ ਜ਼ਿਆਦਾ ਲੱਗੇ but it is going to save you a lot of money in case you need to avail any of the health services. Now fourth point ਜਿਹੜਾ ਹੈ ਉਹ ਹੁੰਦਾ ਡਰਾਈਵਰਸ ਲਾਇਸੈਂਸ ਦਾ। ਮੋਸਟਲੀ ਜਿਹੜੇ ਬॉयਜ਼ ਹੁੰਦੇ ਨੇ, ਆਲਦੋ ਮੈਂ ਜੈਂਡਰ ਸਪੈਸੀਫਿਕ ਨਹੀਂ ਹੋਣਾ ਚਾਹੁੰਦੀ ਇਸ ਵੀਡੀਓ ਦੇ ਵਿੱਚ, ਬਟ ਮੋਸਟਲੀ ਬॉयਜ਼ ਕੋਲ ਇੰਡੀਆ ਦਾ ਐਕਸਪੀਰੀਅੰਸ ਹੁੰਦਾ ਬੈਕ ਹੋਮ ਡਰਾਈਵਿੰਗ ਦਾ, ਤੇ ਉਹ ਕੀ ਕਰਦੇ ਨੇ ਫਿਰ ਵੀ ਡਿਲੇ ਕਰਦੇ ਰਹਿੰਦੇ ਨੇ ਆਪਣਾ ਲਾਇਸੈਂਸ ਬਣਾਉਣਾ। ਆਈ ਵੁੱਡ ਸੁਜੈਸਟ G1 ਨਾਲ ਦੀ ਨਾਲ ਦੋ, ਦਿਸ ਇਜ਼ ਫॉर ਗਰਲਸ ਐਜ਼ ਵੈਲ ਕਿ ਆਪਣਾ G1 ਜਿੰਨੀ ਜਲਦੀ ਹੋ ਸਕਦਾ ਉਨੀ ਜਲਦੀ ਦੋ, so that even if you do not have any past driving experience ਤੁਸੀਂ by the time you learn the car ਤੁਸੀਂ G2 ਲਈ eligible ਹੋ ਜਾਓ। ਇਸ ਦੇ ਉਲਟ ਜਿਨ੍ਹਾਂ ਕੋਲ ਆਲਰੇਡੀ ਇੰਡੀਆ ਦਾ ਜਾਂ ਹੋਰ ਕਿਤੇ ਦਾ ਡਰਾਈਵਰਸ ਲਾਇਸੈਂਸ ਹੁੰਦਾ
they are able to take their exam directly. G1 ਤੋਂ ਬਾਅਦ ਉਹ G2 ਜਾਂ G directly ਦੇ ਸਕਦੇ ਨੇ, but not everyone has the facility to do so ਕਿਉਂਕਿ ਉਹਨਾਂ ਨੂੰ classes ਲਗਾਉਣੀਆਂ mandatory ਹੁੰਦੀਆਂ ਨੇ for a minimum of 8 months if I'm not wrong. So ਜੇ ਤੁਸੀਂ ਆਂਦੇ ਹੀ G1 ਦੇ ਲੋਗੇ ਤੇ ਵਿੱਚ 8 months ਦਾ gap ਹੋਗਾ, then you will be able to take your G2. ਬਟ ਇਸ ਦੇ ਉਲਟ ਫੋਰ ਐਗਜ਼ਾਮਪਲ ਤੁਸੀਂ ਸਾਲ ਬਾਅਦ ਸੋਚ ਰਹੇ ਹੋ ਕਿ ਅਸੀਂ G1 ਲਈਏ ਐਂਡ ਉਸ ਤੋਂ ਬਾਅਦ ਕਿਤੇ ਜਾ ਕੇ ਤੁਸੀਂ G2 ਦੇ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਪਹਿਲਾਂ ਜੇ ਐਕਸਪੀਰੀਅੰਸ ਨਹੀਂ ਹੈ ਤਾਂ ਤੁਸੀਂ G2 ਜਾਂ G ਜੋ ਡਰਾਈਵ ਕਰਨ ਦਾ ਐਕਚੁਅਲ ਲਾਇਸੈਂਸ ਹੁੰਦਾ ਉਹ ਤੁਸੀਂ ਨਾਲ ਦੀ ਨਾਲ ਨਹੀਂ ਦੇ ਸਕਦੇ. ਸੋ ਮੇਕ ਸ਼ੋਰ ਤੁਸੀਂ ਇਹ ਕੰਮ ਵੀ ਜਲਦੀ ਤੋਂ ਜਲਦੀ ਕਰ ਲਓ, ਕਿਉਂਕਿ ਅੱਜ ਜਦੋਂ ਰਿਸੈਸ਼ਨ ਦਾ ਟਾਈਮ ਚੱਲ ਰਿਹਾ, ਦੇਅਰ ਆਰ ਮੈਨੀ ਜੌਬਸ ਰਿਲੇਟਡ ਟੂ ਡਿਲੀਵਰੀ. ਫੋਰ ਐਗਜ਼ਾਮਪਲ ਤੁਸੀਂ ਹੈ ਨਾ ਡਿਲੀਵਰੀ ਡਰਾਈਵਰ ਬਣ ਸਕਦੇ ਹੋ, ਸਕਿਪ ਕਰ ਸਕਦੇ ਹੋ, ਊਬਰ ਈਟਸ ਕਰ ਸਕਦੇ ਹੋ, ਤਾਂ ਇੱਕ ਸੈਕਿੰਡ ਆਪਸ਼ਨ ਤੁਹਾਡੇ ਕੋਲ ਖੁੱਲ ਜਾਏਗੀ, ਰਾਈਟ. ਸੈਕਿੰਡਲੀ ਦੇਅਰ ਆਰ ਸਮ ਇੰਪਲੋਇਰਸ ਹੂ ਪ੍ਰੈਫਰ ਕਿ ਜਿਹੜਾ ਵੀ ਬੱਚਾ ਜਾਂ ਕੋਈ ਜਾਂ ਕੋਈ ਵੀ ਜੋ ਇੰਪਲੋਈ ਹੈ ਉਹ ਸਾਡੇ ਕੋਲ ਕੰਮ ਕਰਨ ਦੇ ਲਈ ਆ ਰਿਹਾ, ਉਹਦੇ ਕੋਲ ਆਪਣਾ ਇੱਕ ਵਹੀਕਲ ਹੋਵੇ ਤਾਂ ਕਿ ਟਾਈਮ ਸੇਵ ਹੋਵੇ, ਕਿਉਂਕਿ ਇੱਥੇ ਵੈਦਰ ਬਹੁਤ ਹਾਰਸ਼ ਹੁੰਦਾ ਹੈ. ਸੋ ਦੇ ਡੋਂਟ ਪ੍ਰੈਫਰ ਪੀਪਲ ਹੂ ਕਮ ਬਾਈ ਪਬਲਿਕ ਟਰਾਂਸਪੋਰਟ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਦੇਰ ਸਵੇਰ ਲੇਟ ਆਇਆ ਕਰਨਗੇ, ਰਾਈਟ. ਸੋ ਮੇਕ ਸ਼ੋਰ ਤੁਸੀਂ ਐਟਲੀਸਟ ਜੇ ਤੁਹਾਡਾ ਗੱਡੀ ਲੈਣ ਦਾ ਪਲਾਨ ਨਹੀਂ ਵੀ ਹੈ, ਯੂ ਆਰ ਰੈਡੀ ਟੂ ਬਾਈ ਅ ਕਾਰ ਦ ਮੂਮੈਂਟ ਯੂ ਪਲਾਨ ਫॉर ਇਟ. ਕਿਉਂਕਿ ਫੋਰ ਐਗਜ਼ਾਮਪਲ ਅੱਜ ਤੁਹਾਡੇ ਕੋਲ ਪੈਸਾ ਇਕੱਠਾ ਹੋਇਆ ਗੱਡੀ ਬਾਈ ਕਰਨ ਦਾ, but then you do not even have the license, and specifically for people ਜਿਨ੍ਹਾਂ ਦਾ ਪਹਿਲਾਂ ਕੋਈ experience ਹੀ ਨਹੀਂ ਸੀਗਾ, they would need to wait for another 6 to 8 months, right. So ਇਹ ਚਾਰ ਜਿਹੜੀਆਂ ਚੀਜ਼ਾਂ ਨੇ, ਚੌਥੇ ਨੰਬਰ ਤੇ ਆਪਾਂ ਡਰਾਈਵਰ ਲਾਇਸੈਂਸ ਦੀ ਗੱਲ ਕੀਤੀ ਹੈ, that is also very important. ਫਿਫਥ ਪੁਆਇੰਟ ਜਿਹੜਾ ਹੈ ਉਹ ਅਕੋਮੋਡੇਸ਼ਨ ਨੂੰ ਲੈ ਕੇ ਹੈ. ਆਲਦੋ ਆਪਾਂ ਪਹਿਲਾਂ ਹੀ ਆਪਣਾ ਬੰਦੋਬਸਤ ਕਰਕੇ ਆਉਂਦੇ ਹਾਂ ਕਿ ਅਸੀਂ ਕਿਸੇ ਰਿਲੇਟਿਵ ਕੋਲ, ਫਰੈਂਡ ਕੋਲ, ਜਾਂ ਪਹਿਲਾਂ ਹੀ ਕਈ ਲੋਕ ਪੀਜੀ ਜਾਂ ਫਿਰ 1 room ਸੈੱਟ ਵਗੈਰਾ ਦੇਖ ਕੇ ਆਉਂਦੇ ਨੇ ਇੰਡੀਆ ਤੋਂ ਹੀ ਜਦੋਂ ਵੀ ਕੈਨੇਡਾ ਆਉਣਾ ਹੁੰਦਾ. ਬਟ ਐਟ ਟਾਈਮਸ ਵਟ ਹੈਪਨਸ ਇਜ਼ ਤੁਸੀਂ ਜੇ ਕਿਸੇ ਕੋਈ ਰਿਲੇਟਿਵ ਕੋਲ ਆਉਣਾ, ਯੂ ਆਲਸੋ ਨੋ ਕਿ ਤੁਸੀਂ 2 ਜਾਂ 3 ਦਿਨ ਅਗਰ ਉਹਨਾਂ ਕੋਲ ਰਹਿਣਾ ਚਾਹੁੰਦੇ ਹੋ, ਤਾਂ ਆਈ ਵੁੱਡ ਸੇ ਐਕਟਿਵਲੀ ਸਟਾਰਟ ਸਰਚਿੰਗ ਫॉर ਅਕੋਮੋਡੇਸ਼ਨ ਜਿਹੜੀ ਪਰਮਾਨੈਂਟ ਹੋਵੇ, ਕੰਮ ਦੇ ਨੇੜੇ ਹੋਵੇ ਤੁਹਾਡੇ ਜਾਂ ਕਾਲਜ ਤੋਂ ਨੇੜੇ ਹੋਵੇ, ਤਾਂ ਕਿ ਤੁਹਾਨੂੰ ਕਮਿਊਟ ਆਵਰਸ ਨੇ ਜਿਹੜੇ ਉਹ ਘੱਟ ਪੈਣ, ਕਿਉਂਕਿ ਅਲਟੀਮੇਟਲੀ ਯੂ ਆਰ ਨਾਟ ਗੋਇੰਗ ਟੂ ਸਟੇ ਵਿਦ ਯੋਰ ਰਿਲੇਟਿਵਸ ਫॉर एवर. ਸੋ ਦੇਰ ਆਰ ਸਮ ਸਾਈਟਸ ਦੈਟ ਯੂ ਕੈਨ ਮੇਕ ਯੂਜ਼ ਆਫ. ਫੋਰ ਐਗਜ਼ਾਮਪਲ ਤੁਸੀਂ ਫੇਸਬੁੱਕ ਮਾਰਕੀਟ ਪਲੇਸ 'ਤੇ ਦੇਖ ਸਕਦੇ ਹੋ, ਕਿ ਜੀਜੀ 'ਤੇ ਦੇਖ ਸਕਦੇ ਹੋ, ਜਾਂ ਅਗਰ ਤੁਸੀਂ ਸ਼ਾਰਟ ਟਰਮ ਰੈਂਟਲਸ ਦੇਖ ਰਹੇ ਹੋ ਤਾਂ ਤੁਸੀਂ ਏਅਰਬੀਐਨਬੀਜ਼ ਵੀ ਦੇਖ ਸਕਦੇ ਹੋ. ਐਂਡ ਰੈਫਰੈਂਸ ਇਜ਼ ਆਲਵੇਜ਼ ਦ ਬੈਸਟ. ਆਪਣੇ ਫਰੈਂਡਸ ਨੂੰ ਪੁੱਛੋ, ਫੈਮਿਲੀ ਮੈਂਬਰਸ ਨੂੰ ਪੁੱਛੋ, ਰਿਲੇਟਿਵਸ ਨੂੰ ਪੁੱਛੋ, ਜੋ ਤੁਹਾਨੂੰ ਰੈਫਰ ਕਰ ਸਕਣ ਅਗਰ ਕੋਈ ਵੀ ਅਵੇਲੇਬਿਲਿਟੀ ਹੁੰਦੀ ਹੈ ਰੂਮਸ ਨੂੰ ਲੈ ਕੇ. ਐਂਡ ਫੋਰਥ ਇਜ਼ ਓਬਵੀਅਸਲੀ ਆਪਣੇ ਜਿਹੜੇ ਇੰਡੀਅਨ ਪੰਜਾਬੀ ਬਾਜ਼ਾਰ ਵਗੈਰਾ ਹੁੰਦੇ ਨੇ, ਜਿੱਥੇ ਗਰੋਸਰੀ ਸ਼ਾਪਿੰਗਸ ਵਗੈਰਾ ਹੁੰਦੀਆਂ, ਉੱਥੇ ਵੀ ਹਮੇਸ਼ਾ ਐਡਸ ਲੱਗੀਆਂ ਰਹਿੰਦੀਆਂ ਨੇ. ਗੁਰੂ ਘਰ ਦੇ ਬਾਹਰ, ਮੰਦਿਰਾਂ ਦੇ ਬਾਹਰ ਵੀ ਲੱਗੀਆਂ ਹੁੰਦੀਆਂ ਨੇ. ਇਨ ਕੇਸ ਯੂ ਆਰ ਲੁਕਿੰਗ ਫॉर ਐਨ ਅਕੋਮੋਡੇਸ਼ਨ ਤਾਂ ਤੁਸੀਂ ਉੱਥੋਂ ਵੀ ਕੰਟੈਕਟ ਇਨਫੋਰਮੇਸ਼ਨ ਲੈ ਕੇ ਲੈਂਡਲੋਰਡਸ ਨੂੰ ਸੰਪਰਕ ਕਰ ਸਕਦੇ ਹੋ. ਸੋ ਥੀਜ਼ ਆਰ ਸਮ ਥਿੰਗਸ ਦੈਟ ਆਰ ਇੰਪੋਰਟੈਂਟ. ਐਂਡ ਲਾਸਟਲੀ ਯੈਸ ਆਈ ਵੁੱਡ ਲਾਈਕ ਟੂ ਸੇ ਕਿ ਆਪਣਾ ਜਿਹੜਾ ਫੋਨ ਨੰਬਰ ਹੈ ਉਹ ਵੀ ਤੁਸੀਂ ਇੱਥੇ ਲਓ, ਕੈਨੇਡੀਅਨ ਸਿਮ. ਕਈ ਵਾਰ ਜਿਹੜੇ ਆਪਣੇ ਇੰਡੀਆ ਦੇ ਫੋਨ ਹੁੰਦੇ ਉਹਨਾਂ ਦੇ ਵਿੱਚ ਕੈਨੇਡੀਅਨ ਸਿਮ ਨਹੀਂ ਚੱਲਦਾ, ਸੋ ਮੈਨੀ ਪੀਪਲ ਹੈਵ ਟੂ ਬਾਈ ਅ ਨਿਊ ਫੋਨ ਐਜ਼ ਵੈਲ. ਸੋ ਡੂ ਨਾਟ ਪੈਨਿਕ. ਥੋੜ੍ਹੇ ਬਹੁਤ ਜਿਹੜੇ ਖਰਚੇ ਨੇ ਉਹਨਾਂ ਲਈ ਤੁਸੀਂ ਤਿਆਰ ਰਹਿਣਾ. ਐਂਡ ਐਟ ਦ ਸੇਮ ਟਾਈਮ ਡੂ ਨਾਟ ਮੇਕ ਦ ਵਰਸਟ ਮਿਸਟੇਕ ਕਿ ਤੁਸੀਂ ਆਉਂਦੇ ਹੀ ਫੋਨ ਜਿਹੜਾ ਆਈਫੋਨ ਦਾ ਅਪਰ ਲੈਵਲ ਹੋਊਗਾ ਉਹਨੂੰ ਤੁਸੀਂ ਕਰਜ਼ੇ 'ਤੇ ਚੱਕ ਲਓ. ਮੇਕ ਸ਼ੋਰ ਤੁਹਾਡੀ ਜੇਬ ਉਹਨੂੰ ਝੱਲ ਸਕਦੀ ਹੋਵੇ. you know, if you know, let's say ਤੁਸੀਂ ਆਪਣੇ ਵੱਡੇ ਭੈਣ ਭਰਾ ਦੇ ਨਾਲ ਰਹਿ ਰਹੇ ਹੋ, they should be able to sponsor you for some time. but ਜੇ ਤੁਹਾਨੂੰ ਪਤਾ ਕਿ ਹਜੇ ਜੌਬ ਨਹੀਂ ਹੋਣੀ, ਪੜ੍ਹਾਈ ਵੀ ਟਫ ਹੈ, ਤੇ ਆਂਦੇ ਹੀ ਆਪਾਂ ਡੈਟ ਨਹੀਂ ਲੈਣੀ ਕੈਨੇਡਾ ਦੇ ਵਿੱਚ, ਰਾਈਟ. ਸੋ ਮੇਕ ਗੁੱਡ ਯੂਜ਼ ਆਫ ਯਰ ਕ੍ਰੈਡਿਟ ਕਾਰਡ. ਜੇ ਉਹਨਾਂ ਨੇ ਆਪਾਂ ਨੂੰ ਕ੍ਰੈਡਿਟ ਕਾਰਡ ਦਿੱਤਾ, ਦੈਟ ਡਜ਼ਨਟ ਮੀਨ ਕਿ ਆਪਾਂ ਸਾਰਾ ਪੈਸਾ ਉੱਥੋਂ ਹੀ ਲੋਨ ਤੇ ਚੱਕ ਕੇ ਐਂਡ ਵੀ are fulfilling our desires and wish. First get settled in your life. minimum ਤੋਂ ਸ਼ੁਰੂ ਕਰੋ. ਫॉर ਐਗਜ਼ਾਮਪਲ ਜੇ ਤੁਹਾਡਾ ਹਜੇ ਫਿਲਹਾਲ ਸਿਮ ਲੈ ਕੇ ਸਰ ਰਿਹਾ ਇੰਡੀਆ ਦੇ ਫੋਨ ਨਾਲ ਹੀ, ਤਾਂ ਇਨੀਸ਼ੀਅਲ ਕੁਝ ਮੰਥਸ ਉਵੇਂ ਹੀ ਕੱਢੋ ਐਂਡ ਦੈਨ ਬਾਈ ਅ ਫੋਨ ਇਫ ਯੂ ਵਾਂਟ ਟੂ. ਕਿਉਂਕਿ ਹੋ ਸਕਦਾ ਹੈ ਜਦੋਂ ਤੁਸੀਂ ਕੈਨੇਡਾ ਆਏ ਹੋ ਉਦੋਂ ਕੋਈ ਡੀਲ ਨਾ ਚੱਲ ਰਹੀ ਹੋਵੇ, ਬਟ ਡਿਊਰਿੰਗ ਬਲੈਕ ਫਰਾਈਡੇ, ਬਾਕਸਿੰਗ ਡੇ, ਉਦੋਂ ਕਾਫੀ ਅੱਛੀਆਂ ਡੀਲਸ ਮਿਲ ਸਕਦੀਆਂ ਨੇ. ਸੋ ਪੋਸਟਪੋਨ ਯੋਰ ਐਕਸਪੈਂਡੀਚਰ ਐਜ਼ ਮਚ ਐਜ਼ ਯੂ ਕੈਨ. ਤੇ ਤੁਹਾਡੇ ਕੋਲ ਵੀ ਕੋਈ ਹੋਰ ਸੁਜੈਸ਼ਨ ਹੈ ਫॉर ਦ ਨਿਊ ਕਮਰਸ ਇਨ ਕੈਨੇਡਾ, ਮੇਕ ਸ਼ੋਰ ਯੂ ਮੈਂਸ਼ਨ ਦੈਟ ਇਨ ਦ ਕਮੈਂਟ ਸੈਕਸ਼ਨ. ਥੈਂਕ ਯੂ.